ਆਸਾ ਮਹਿਲਾ ਪਹਿਲਾ ਦੁਪਦੇ। ਤਿਤ ਸਰਵਰੜੈ ਭਈ ਲੈਨ ਵਾਤਾ, ਪਾਣੀ ਭਾਵਕ ਤਿਨੇ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਾਂ ਡੂਬੀਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਇਹ ਸ਼ਬਦ ਜੋ ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਇਸ ਦੇ ਨਾਲ ਦੋ ਪਦੇ ਲਿਖਿਆ, ਜਿਸ ਦਾ ਮਤਲਬ ਹੈ ਕਿ ਇਸ ਸ਼ਬਦ ਦੇ ਦੋ ਪਦੇ ਹਨ। ਰਹਾਉ ਦੀ ਪੰਕਤੀ ਨੂੰ ਛੱਡ ਕੇ ਇਸ ਦੇ ਦੋ ਪਦੇ ਹਨ। ਇਸੇ ਤਰ੍ਹਾਂ ਦੋ ਪਦੇ, ਤੇ ਪਦੇ, ਚੌਪਦੇ ਸ਼ਬਦ ਆਉਂਦੇ ਹਨ। ਤੋ ਇਸ ਲਈ ਨਾਲ ਨਾਲ ਇਹ ਦੱਸੀ ਜਾਣਾ ਜ਼ਰੂਰੀ ਹੈ ਕਿ ਕਈ ਪ੍ਰੇਮੀ ਪ੍ਰੇਰਨਾ ਦੇ ਨਾਲ ਗੁਰਬਾਣੀ ਦਾ ਪਾਠ ਜਦੋਂ ਕਰਨ ਲੱਗਦੇ ਨੇ, ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ। ਉਹ ਫਿਰ ਸਵਾਲ ਦਾ ਜਵਾਬ ਲੱਭਣਾ ਚਾਹੁੰਦੇ ਨੇ, ਤੇ ਆਮ ਪਿੰਡਾਂ ਵਿੱਚ ਵਿਚਰਨ ਵਾਲੇ ਗ੍ਰੰਥੀ ਸਿੰਘ, ਪਾਠੀ ਸਿੰਘ ਕੋਈ ਤਸੱਲੀ ਬਖਸ਼ ਉੱਤਰ ਨਹੀਂ ਦੇ ਸਕਦੇ। ਤਥਾ ਸਾਡਾ ਭਾਵ ਇਹ ਹੈ ਕਿ ਜਦੋਂ ਇਹ ਉਦਮ ਹੋ ਰਿਹਾ ਤਾਂ ਫਿਰ ਨਾਲ ਨਾਲ ਇਹਨਾਂ ਗੱਲਾਂ ਦਾ ਨਿਰਣਾ ਵਿਚਾਰ ਵੀ ਕਰ ਲਈ ਜਾਵੇ। ਤੋ ਇਹ ਸ਼ਬਦ ਅਸੀਂ ਰੋਜ਼ ਰਹਿਰਾਸ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ। ਸ਼ਬਦ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨ ਨੂੰ ਸੰਬੋਧਨ ਕੀਤਾ ਹੈ। ਕਈ ਵਾਰ ਦੱਸਿਆ ਜਾ ਚੁੱਕਾ ਹੈ ਕਿ ਜੇ ਮਨ ਨੰਨਾ ਮੁਕਤਾ ਹੋਵੇ ਤੇ ਮਨ ਸੰਬੋਧਨ ਹੈ, ਜੇ ਮਨ ਨੰਨੇ ਨੂੰ ਔਂਕੜ ਹੋਵੇ ਤੇ ਮਨ ਨਾਉਨ ਪੁਲਿੰਗ ਇੱਕ ਵਚਨ ਹੈ, ਜੇ ਮਨ ਦੇ ਨੰਨੇ ਨੂੰ ਸਿਹਾਰੀ ਹੋਵੇ ਤੇ ਮਨ ਵਿੱਚ ਮਨ ਦੁਆਰਾ ਦੀ ਗੱਲ ਹੈ, ਤੇ ਜੇ ਮਨ ਦੇ ਮੰਮੇ ਨੂੰ ਟਿੱਪੀ ਵੀ ਲੱਗ ਜਾਏ ਤੇ ਮੰਨਣ ਦੀ ਗੱਲ ਹੈ। ਹਾਂ, ਕਈ ਵਾਰੀ ਟਿੱਪੀ ਜਿਹੜੀ ਹੈ ਸਟ੍ਰੈਸ ਦੇਣ ਵਾਸਤੇ ਵੀ ਵਰਤੀ ਗਈ ਹੈ, ਪਰ ਅਸੀਂ ਉਹ ਨਿਯਮ ਜਿਹੜੇ ਆਮ ਤੌਰ 'ਤੇ ਗੁਰਬਾਣੀ ਪਾਠ ਵਿੱਚ ਬਾਰੰਬਾਰ ਆਉਂਦੇ ਹਨ, ਉਹਨਾਂ ਦੀ ਜਾਣਕਾਰੀ ਦੇਣੀ ਜ਼ਰੂਰੀ ਸਮਝੇ। ਤੋ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਗੁਰੂ ਪਾਤਸ਼ਾਹ ਇੱਥੋਂ ਗੱਲ ਆਰੰਭ ਕਰਦੇ ਹਨ। ਮਨ ਏਕ ਨਾ ਚੇਤਸ ਮੂੜ ਮਨਾ, ਹੇ ਮੇਰੇ ਮਨ, ਤੂੰ ਇੱਕ ਨੂੰ ਯਾਦ ਨਹੀਂ ਕਰਦਾ। ਏਕ ਨਾ ਚੇਤਸ, ਚੇਤਸ ਤੇ ਸੱਸੇ ਨੂੰ ਸਿਹਾਰੀ ਹੈ, ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ, ਸਿਮਰਨ ਨਹੀਂ ਕਰਦਾ। ਹੇ ਮੂਰਖ ਮਨਾ, ਜਿਹੜਾ ਕੰਮ ਕਰਨ ਲਈ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਤੂੰ ਨਹੀਂ ਕਰਦਾ। ਯਾਦ ਰੱਖ, ਉਸ ਇੱਕ ਨੂੰ ਭੁੱਲ ਕੇ ਹਰ ਬਿਸਰਤ ਤੇਰੇ ਗੁਣ ਗਲਿਆ। ਉਸ ਹਰੀ ਨੂੰ ਭੁੱਲ ਕੇ ਤੇਰੇ ਜਿਹੜੇ ਦੈਵੀ ਗੁਣ ਹਨ ਉਹ ਘਟਦੇ ਜਾਂਦੇ ਹਨ। ਪਹਿਲੀ ਗੱਲ ਤਾਂ ਤੇਰਾ ਜੀਵਨ ਹੀ ਘਟਦਾ ਜਾਂਦਾ, ਜਿਹੜਾ ਤੇਰਾ ਸਮਾਂ ਹੈ ਉਹ ਹੀ ਘਟਦਾ ਜਾ ਰਿਹਾ, ਕਿਉਂਕਿ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਮਨ ਬਿਦ ਕੀਜੈ। ਤੇਰੇ ਜਿਹੜੇ ਗੁਣ ਹਨ ਉਹ ਗਲ ਰਹੇ ਨੇ, ਘਟ ਰਹੇ ਨੇ। ਭਾਵ ਉਹ ਕੀਮਤੀ ਸਵਾਸ ਜਿਹੜੇ ਤੈਨੂੰ ਪਰਮਾਤਮਾ ਵੱਲੋਂ ਗਿਣ ਕੇ ਮਿਣ ਕੇ ਦਿੱਤੇ ਗਏ ਹਨ, ਉਹ ਤਾਂ ਬੀਤਦੇ ਜਾ ਰਹੇ।
क्योंकि बाणी विच बार बार मनुख नूं वार्निंग दित्ती, गण घाले सब दिवस सास, ना बढ़न घटन तिल सार। जीवन लोरै भरम मोह, नानक तेऊ गुवार। तेरे अंदरों वो दैवी गुण घटे जा रहे, क्योंकि ज्यों ज्यों मनुख दियां आदतां, मनुख दा सुभाव, मनुख दे संस्कार ਜਿਹੋ ਜਿਹੇ ਬਣ ਜਾਂਦੇ ਹਨ, ਉਹ ਫਿਰ ਪੱਕਦੇ ਜਾਂਦੇ। ਮੈਂ ਦੇਖਦਾ ਹਾਂ ਜਦੋਂ ਬੱਚਾ ਛੋਟਾ ਹੁੰਦਾ ਉਹਦੇ ਵਿਚਾਰ ਕੁਝ ਹੋਰ ਤਰ੍ਹਾਂ ਦੇ, ਬੱਚੇ ਮੰਨ ਕੇ ਸੱਚੇ। ਪਰ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ, ਉਹ ਆਪਣੇ ਭੈਣਾਂ ਭਰਾਵਾਂ ਨੂੰ, ਮਾਤਾ ਪਿਤਾ ਨੂੰ, ਇਰਦ ਗਿਰਦ ਨੂੰ ਦੇਖਦੇ ਨੇ, ਉਹਨਾਂ ਉੱਤੇ ਉਸ ਸਾਰੇ ਕੁਝ ਦਾ ਪ੍ਰਭਾਵ ਪੈਂਦਾ। ਔਰ ਉਹੀ ਜਿਹੜੇ ਸੱਚੇ ਸਨ ਮਨ ਦੇ, ਉਹ ਹੁਣ ਸਾਡੇ ਕੋਲੋਂ ਉਹਨਾਂ ਨੇ ਛਲ ਬਲ ਸਭ ਚੀਜ਼ਾਂ ਸਿੱਖ ਲਈਆਂ। ਤੋ ਉਹ ਗੁਣ ਜਿਹੜੇ ਸਨ ਉਹ ਘਟ ਗਏ। ਪਾਤਸ਼ਾਹ ਨੇ ਇਸੇ ਲਈ ਬੇਨਤੀ ਕੀਤੀ ਹੈ, ਹੇ ਵਾਹਿਗੁਰੂ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਗਈ ਬਹੋੜ, ਉਹ ਜਿਹੜੀ ਬਚਪਨ ਦੀ ਅਵਸਥਾ ਸੀ, ਉਹ ਜਿਹੜਾ ਭੋਲਾ ਮਨ ਸੀ, ਉਹ ਜਿਹੜੀ ਸਾਦਗੀ ਸੀ, ਉਹ ਜਿਹੜਾ ਰਸਾਂ ਕਸਾਂ ਤੋਂ ਬਹੁਤ ਉੱਚਾ ਅਵਸਥਾ ਸੀ, ਉਹ ਹੁਣ ਅਸੀਂ ਗਵਾ ਬੈਠੇ। ਕਿਉਂਕਿ ਪਹਿਲਾਂ ਬੰਦਾ ਜੋਗੀ ਹੁੰਦਾ, ਜੋਗੀ ਦਾ ਮਤਲਬ ਹੈ ਜੁੜਿਆ ਹੋਇਆ, ਰੱਬ ਦੇ ਨੇੜੇ ਹੁੰਦਾ। ਫਿਰ ਹੌਲੀ ਹੌਲੀ ਉਹਨੂੰ ਖਾਣ ਪੀਣ ਪਹਿਨਣ ਦੇ ਚਸਕੇ ਲੱਗ ਜਾਂਦੇ, ਫਿਰ ਉਹ ਭੋਗੀ ਹੋ ਜਾਂਦਾ। ਔਰ ਭੋਗਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦਾ। ਦੇਖੋ ਅੱਜ ਸੰਸਾਰ ਦੇ ਅੰਦਰ ਇਹਨਾਂ ਨਸ਼ਿਆਂ ਨੇ ਕਿਤਨਾ ਮਾਰੂ ਪ੍ਰਭਾਵ ਪਾਇਆ। ਘਰਾਂ ਦੇ ਘਰ ਖਾਲੀ ਹੋ ਗਏ ਨੇ। ਜਿਹੜੇ ਮਾਂ ਬਾਪ ਇਹ ਉਡੀਕ ਕਰਦੇ ਸੀ ਕਿ ਇਹ ਬੱਚੇ ਵੱਡੇ ਹੋ ਕੇ ਸਾਡੀ ਸੇਵਾ ਕਰਨਗੇ, ਸਾਡੀ ਡੰਗੋਰੀ ਬਣਨਗੇ, ਅੱਜ ਉਹਨਾਂ ਬੱਚਿਆਂ ਨੂੰ ਨਸ਼ਿਆਂ ਨੇ ਗਰਸ ਲਿਆ। ਔਰ ਉਹ ਐਸੇ ਗਰਸੇ ਗਏ ਨੇ ਕਿ ਉਹ ਹੁਣ ਵਾਪਸ ਨਹੀਂ ਮੁੜ ਸਕਦੇ। ਨਤੀਜਾ ਕੀ ਕਿ ਉਹ ਮਾਂ ਬਾਪ ਦੇ ਸਾਹਮਣੇ ਲਾਸ਼ਾਂ ਬਣ ਗਈਆਂ, ਔਰ ਮਾਂ ਬਾਪ ਨੂੰ ਉਹਨਾਂ ਦੀਆਂ ਅਰਥੀਆਂ ਨੂੰ ਮੋਢੇ ਦੇਣੇ ਪੈ ਰਹੇ। ਇੱਕ ਬਹੁਤ ਵੱਡੀ ਵਾਰਨਿੰਗ ਹੈ ਜਿਹੜੀ ਹਰ ਪ੍ਰਾਣੀ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਆਪਣੇ ਮਨ ਨੂੰ ਦੇਣੀ। ਮਨ ਏਕ ਨਾ ਚੇਤ ਸਮੂੜ ਮਨਾ, ਹੇ ਮਨਾ ਹੋਰ ਸਾਰੇ ਕੰਮ ਕਰਨ ਲਈ ਤੂੰ ਤਿਆਰ ਬਰ ਤਿਆਰ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਵਸਰ ਆਪਣਾ ਬੁਝੇ ਨਾ ਇਹ ਆਨਾ, ਜੜ ਆਪਣੀ ਆਪ ਪਾੜੀ ਜੀਓ। ਇੱਕ ਤੇ ਹੁੰਦਾ ਕੋਈ ਨੁਕਸਾਨ ਕਰੇ, ਪਰ ਅਸੀਂ ਆਪਣਾ ਨੁਕਸਾਨ ਆਪ ਕਰਦੇ। ਕੋਈ ਜ਼ਬਰਦਸਤੀ ਕਿਸੇ ਨੂੰ ਨਸ਼ੇ ਨਹੀਂ ਪਿਲਾ ਸਕਦਾ, ਕੋਈ ਜ਼ਬਰਦਸਤੀ ਕਿਸੇ ਨੂੰ ਭੈੜੇ ਪਾਸੇ ਨਹੀਂ ਲਿਜਾ ਸਕਦਾ। ਕੁਝ ਨਾ ਕੁਝ ਸਾਡੀ ਆਪਣੀ ਸਹਿਮਤੀ ਹੁੰਦੀ ਹੈ, ਤੇ ਅਸੀਂ ਆਪਣੇ ਮਨ ਨੂੰ ਆਪ ਕਿਉਂ ਨਾ ਸਮਝਾਈਏ। ਇਸੇ ਲਈ ਮਹਾਰਾਜ ਨੇ ਕਿਹਾ, ਜਿਉਂ ਮੰਦਰ ਕੋ ਥਾਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸ ਥੰਮਨ। ਜਿਉਂ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਦੇਖੋ ਅਸੀਂ ਰੋਜ਼ ਇਹ ਸ਼ਬਦ ਪੜ੍ਹਦੇ ਹਾਂ, ਪਰ ਅਸੀਂ ਤੋਤਾ ਰਟ ਨਹੀਂ ਕਰਦੇ। ਕਿਤਨਾ ਚੰਗਾ ਹੋਵੇ ਜੇ ਇਸ ਸ਼ਬਦ ਦਾ ਪਾਠ ਕਰਨ ਸਮੇਂ ਆਪਣੇ ਮਨ ਨੂੰ ਸੰਬੋਧਨ ਕਰੀਏ। ਮੈਂ ਆਪਣੇ ਆਪ ਕਰਾਂ, ਤੁਸੀਂ ਆਪਣੇ ਆਪ ਕਰੋ, ਤੇ ਇਹਨਾਂ ਪੰਕਤੀਆਂ ਦੁਆਰਾ ਮਨ ਨੂੰ ਹਰੂਣਾ ਦਈਏ। ਮਨ ਏਕ ਨਾ ਚੇਤ ਸਮੂੜ ਮਨਾ, ਉਹ ਮੂਰਖ ਮਨਾ,
ਤੂੰ ਇੱਕ ਨੂੰ ਯਾਦ ਨਹੀਂ ਕਰਦਾ। ਤੇਰੀ ਕਿੱਡੀ ਵੱਡੀ ਮੂਰਖਤਾ। ਹੋਰ ਹਰ ਕੰਮ ਕਰਨ ਲਈ ਤੂੰ ਤਿਆਰ ਬਰ ਤਿਆਰ ਹੈ, ਭੈੜੇ ਕੰਮਾਂ ਲਈ ਤੂੰ ਸਮਾਂ ਕੱਢ ਲੈਣਾ, ਪਰ ਇੱਕ ਨੂੰ ਯਾਦ ਕਰਨ ਵੇਲੇ ਤੂੰ ਢਿੱਲਾ ਪੈ ਜਾਂਦਾ, ਤੈਨੂੰ ਮੌਤ ਪੈ ਜਾਂਦੀ। ਇਹ ਗੱਲ ਸਾਡਾ ਹੀ ਮਨ ਹੈ ਤੇ ਅਸੀਂ ਇਹਨੂੰ ਸਮਝਾਉਣਾ। ਪਰ ਹਾਂ, ਗੁਰੂ ਕਾ ਸ਼ਬਦ ਸਾਡੇ ਵਾਸਤੇ ਇੱਕ ਬਹੁਤ ਵੱਡੀ ਟੇਕ ਹੈ। ਮੈਂ ਤੇ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਇੱਕ ਸ਼ਬਦ ਅਸੀਂ ਛੋਟੇ ਹੁੰਦੇ ਪੜ੍ਹਿਆ ਕਰਦੇ ਸਾਂ, ਬਾਅਦ ਵਿੱਚ ਸੋਝੀ ਆਈ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਨਹੀਂ, ਕਿਸੇ ਪ੍ਰੇਮੀ ਨੇ ਬਣਾਇਆ ਹੈ। ਚਿਤ ਚਰਨ ਕਵਲ ਕਾ ਆਸਰਾ, ਚਿਤ ਚਰਨ ਕਵਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਏ। ਇਹ ਜਿਹੜਾ ਬਾਣੀ ਦਾ ਪਾਠ ਕਰਨਾ, ਇਹ ਜਿਹੜੀ ਬਾਣੀ ਦੀ ਵਿਚਾਰ ਕਰਨੀ ਹੈ, ਇਹ ਮਨ ਨੂੰ ਭੈੜੇ ਪਾਸੋਂ ਹੋੜਨ ਵਾਸਤੇ ਹੈ, ਨਾ ਕਿ ਫਾਰਮੈਲਿਟੀ ਹੈ। ਤੋ ਇੱਕੋ ਹੀ ਪੰਗਤੀ ਕਿਤਨਾ ਵੱਡਾ ਹਲੂਣਾ ਦਿੰਦੀ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਵਾਹਿਗੁਰੂ ਨੂੰ ਭੁਲਾ ਕੇ ਤੇਰੇ ਅੰਦਰ ਜਿਹੜੇ ਦੈਵੀ ਗੁਣ ਸਨ ਉਹ ਗਲ ਗਏ। ਗਲ ਜਾਣ ਦਾ ਆਖਰੀ ਅਰਥ ਹੁੰਦਾ ਜਿਹੜੇ ਤੇਰੇ ਕੰਮ ਨਹੀਂ ਆਏ। ਜਿਵੇਂ ਕੋਈ ਚੀਜ਼ ਘਰ ਵਿੱਚ ਲਿਆ ਕੇ ਰੱਖੋ, ਫਲ ਰੱਖੋ, ਸੇਬ ਰੱਖੋ, ਸੰਤਰੇ ਰੱਖੋ, ਕੋਈ ਚੀਜ਼ ਰੱਖੋ, ਜੇ ਉਹਨਾਂ ਦੀ ਸੰਭਾਲ ਨਾ ਕਰੋ ਤੇ ਫਿਰ ਗਲ ਜਾਣਗੇ, ਤੇ ਜਿਹੜੇ ਗਲ ਜਾਣਗੇ ਉਹਨਾਂ ਨੂੰ ਚੁੱਕ ਕੇ ਫਿਰ ਬਾਹਰ ਹੀ ਸੁੱਟਣਾ ਪਵੇ। ਇਸੇ ਤਰ੍ਹਾਂ ਪਰਮਾਤਮਾ ਨੇ ਤੇ ਸਾਨੂੰ ਬਹੁਤ ਵਧੀਆ ਮਨੁੱਖਾ ਜੀਵਨ ਦਿੱਤਾ, ਹਰ ਚੀਜ਼ ਬੜੀ ਕੀਮਤੀ ਦਿੱਤੀ। ਸਾਡੇ ਕੋਲੋਂ ਕੋਈ ਮੁੱਲ ਨਹੀਂ ਲਿਆ, ਸਭ ਚੀਜ਼ਾਂ ਸਾਨੂੰ ਫਰੀ ਦਿੱਤੀਆਂ ਨੇ, ਪਰ ਅਸੀਂ ਉਹਨਾਂ ਦੀ ਕਦਰ ਨਹੀਂ ਪਾਈ, ਤੇ ਕਦਰ ਨਾ ਪਾਉਣ ਕਰਕੇ ਉਹ ਸਾਡੇ ਜਿਹੜੇ ਦੈਵੀ ਗੁਣ ਸਨ ਉਹ ਗਲ ਗਏ। ਮੈਂ ਆਮ ਤੌਰ 'ਤੇ ਕਿਹਾ ਕਰਦਾ, ਜਿਵੇਂ ਬੱਚਾ ਛੋਟਾ ਹੁੰਦਾ, ਹੁਣ ਵੀ ਸਾਡੇ ਘਰਾਂ ਵਿੱਚ ਕਿਹਾ ਜਾਂਦਾ ਜੀ ਇਹ ਰੱਬ ਦਾ ਰੂਪ ਹੈ। ਜੇ ਪੁੱਛ ਲਵੋ ਦੱਸੋ ਇਹ ਰੱਬ ਦਾ ਰੂਪ ਕਿਵੇਂ ਹੈ, ਤਾਂ ਸਭ ਦਾ ਜਵਾਬ ਹੋਵੇਗਾ ਇਹਦੇ ਵਿੱਚ ਰੱਬ ਵਰਗੇ ਗੁਣ ਹਨ। ਜਿਹੜੇ ਜਿਹੜੇ ਗੁਣ ਰੱਬ ਵਿੱਚ ਨੇ ਉਹ ਇੱਕ ਬੱਚੇ ਵਿੱਚ ਹਨ। ਬੱਚਾ ਭੋਲਾ ਭਾਲਾ ਹੈ, ਬੱਚਾ ਨਿਰਮਲ ਹੈ, ਨਿਰਛਲ ਹੈ, ਨਿਸ਼ਕਪਟ ਹੈ, ਨਿਰਵੈਰ ਹੈ, ਪਰ ਹੌਲੀ ਹੌਲੀ ਉਹ ਸਾਰੇ ਗੁਣ ਖਤਮ ਹੋ ਜਾਂਦੇ, ਇਹ ਮੈਲਾ ਹੋ ਜਾਂਦਾ, ਇਹ ਛਲੀਆ ਬਣ ਜਾਂਦਾ, ਇਹ ਕਪਟੀ ਬਣ ਜਾਂਦਾ। ਤੋ ਕਿਸ ਤਰ੍ਹਾਂ ਮਹਾਰਾਜ ਬਾਣੀ ਦੁਆਰਾ ਸਮਝਾ ਰਹੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਇਹ ਸ਼ਬਦ ਦਾ ਕੇਂਦਰੀ ਭਾਵ, ਇੱਕ ਵਾਰੀ ਪੜ੍ਹੋ, ਦੋ ਵਾਰੀ ਪੜ੍ਹੋ, ਚਾਰ ਵਾਰੀ ਪੜ੍ਹੋ, ਔਰ ਮਨ ਨੂੰ ਸਮਝਾ ਕੇ ਪੜ੍ਹੋ। ਫਿਰ ਪਾਤਸ਼ਾਹ ਸ਼ਬਦ ਦੇ ਆਰੰਭ ਵਿੱਚ ਕਹਿੰਦੇ, ਤਿਤ ਸਰਵਰੜੈ ਭਈ ਲੈ ਨਿਵਾਸਾ। ਸਰਵਰੜੈ ਇਸ ਭਿਆਨਕ ਸੰਸਾਰ ਸਰੋਵਰ ਉੱਤੇ, ਭਈ ਲੈ ਨਿਵਾਸਾ ਸਾਡਾ ਸਭ ਦਾ ਨਿਵਾਸ ਹੋ ਗਿਆ। ਭਾਵ ਅਸੀਂ ਇੱਥੇ ਆ ਗਏ ਹਾਂ, ਸਾਨੂੰ ਪਰਮਾਤਮਾ ਨੇ ਭੇਜਿਆ ਹੈ। ਇਹ ਸੰਸਾਰ ਵੀ ਉਸੇ ਨੇ ਬਣਾਇਆ, ਸਾਨੂੰ ਵੀ ਉਸੇ ਨੇ ਭੇਜਿਆ। ਪਾਣੀ ਪਾਵਕ ਤਿਨੇ ਕੀਆ, ਔਰ ਇਸ ਸਰੋਵਰ ਦੇ ਅੰਦਰ, ਸੰਸਾਰ ਦੇ ਅੰਦਰ ਇਹ ਜਿਹੜਾ ਤ੍ਰਿਸ਼ਨਾ ਦੀ ਅੱਗ ਦਾ ਪਾਣੀ ਹੈ, ਇਹ ਵੀ ਉਸ ਪਰਮਾਤਮਾ ਨੇ ਬਣਾਇਆ। ਭਾਵ ਇਸ ਸੰਸਾਰ ਰੂਪੀ ਸਰੋਵਰ ਵਿੱਚ ਇਹ ਤ੍ਰਿਸ਼ਨਾ ਰੂਪੀ ਅੱਗ ਦਾ ਪਾਣੀ ਵੀ ਉਸਨੇ ਬਣਾਇਆ। ਕਈ ਵਿਦਵਾਨ ਵਿਸ਼ੇ ਵਿਕਾਰਾਂ ਦਾ ਕਹਿੰਦੇ ਨੇ, ਕੋਈ ਤ੍ਰਿਸ਼ਨਾ ਦਾ ਕਹਿੰਦੇ ਨੇ। ਕਹਿਣ ਦਾ ਮਤਲਬ ਇਹ ਸਰੋਵਰ ਵੀ ਉਸਨੇ ਬਣਾਇਆ, ਸਾਨੂੰ ਭੇਜਿਆ ਵੀ ਉਸੇ ਨੇ ਹੈ, ਔਰ ਇਹ ਅੱਗ ਦਾ ਪਾਣੀ ਵੀ ਉਸਨੇ ਬਣਾਇਆ। ਤਿਤ ਸਰਵਰੜੈ
ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਪੰਕ ਜੋ ਮੋਹ ਪਗ ਨਹੀਂ ਚੱਲੈ। ਇਹ ਠੀਕ ਹੈ, ਕਿਧਰੇ ਕਿਧਰੇ ਕੁਝ ਪੋਥੀਆਂ ਦੇ ਅੰਦਰ ਪੰਕ ਜੋ ਵੱਖਰਾ ਵੱਖਰਾ ਕੀਤਾ ਤੇ ਕਿਧਰੇ ਇਕੱਠਾ ਵੀ ਲਿਖਿਆ, ਪਰ ਅਸਲ ਵਿੱਚ ਪਾਠ ਇਸਦਾ ਪੰਕ ਜੋ ਮੋਹ। ਇਉਂ ਕਰਨ ਦੇ ਨਾਲ ਗੱਲ ਬਿਲਕੁਲ ਕਲੀਅਰ ਜਾਂਦੀ। ਟੀਕਾਕਾਰਾਂ ਨੇ ਵੀ ਸਾਡੀ ਇਸ ਮੁਸ਼ਕਲ ਨੂੰ ਹੱਲ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਾਮ ਨੂੰ ਪਾਠ ਕਰਨ ਵੇਲੇ ਕੁਝ ਸਿੰਘ ਸਾਹਿਬ ਇਸ ਨੂੰ ਇਕੱਠਾ ਪੜ੍ਹਦੇ ਨੇ, ਕੁਝ ਨਖੇੜ ਕੇ ਪੜ੍ਹਦੇ ਨੇ, ਪਰ ਬਿਹਤਰ ਹੈ ਜੇ ਪੰਕ ਜੋ ਮੋਹ ਪੜ੍ਹਿਆ ਜਾ। ਪੰਕ ਦਾ ਮਤਲਬ ਹੈ ਚਿੱਕੜ, ਜੋ ਦਾ ਮਤਲਬ ਹੈ ਜੋ ਮੋਹ ਰੂਪੀ ਚਿੱਕੜ। ਪੰਕ ਜੋ ਮੋਹ। ਇਸ ਸੰਸਾਰ ਸਰੋਵਰ ਦੇ ਅੰਦਰ ਤ੍ਰਿਸ਼ਨਾ ਰੂਪੀ ਪਾਣੀ ਵੀ ਉਸ ਪਰਮਾਤਮਾ ਨੇ ਬਣਾਇਆ, ਔਰ ਇਹ ਜਿਹੜਾ ਮੋਹ ਰੂਪੀ ਚਿੱਕੜ ਹੈ ਇਹ ਵੀ ਉਸ ਨੇ ਬਣਾਇਆ। ਔਰ ਇਸ ਮੋਹ ਰੂਪੀ ਚਿੱਕੜ ਦੇ ਕਾਰਨ ਪਗ ਨਹੀਂ ਚੱਲੈ। ਸਾਡਾ ਪੈਰ, ਜੀਵਾਂ ਦਾ ਪੈਰ ਚੰਗੇ ਪਾਸੇ ਨਹੀਂ ਤੁਰਦਾ, ਕਿਉਂਕਿ ਦਾਸ ਬਚਪਨ ਤੋਂ ਇੱਕ ਸ਼ਹਿਰ ਵਿੱਚ ਰਹਿ ਕੇ ਗੁਰਬਾਣੀ ਦੀ ਵਿਚਾਰ ਕਰਦਾ। ਹਰ ਪਰਿਵਾਰ ਦੇ ਨਾਲ ਬੜੇ ਪਰਿਵਾਰਕ ਸੰਬੰਧ ਨੇ। ਪ੍ਰਚਾਰਕ ਹੋਣ ਦੇ ਨਾਤੇ ਪ੍ਰੇਰਨਾ ਵੀ ਕਰੀਦੀ ਹੈ। ਮਾਤਾ ਜੀ ਤੁਸੀਂ ਗੁਰਦੁਆਰੇ ਕਿਉਂ ਨਹੀਂ ਆਉਂਦੇ? ਭੈਣ ਜੀ ਤੁਸੀਂ ਗੁਰਦੁਆਰੇ ਕਿਉਂ ਨਹੀਂ ਆਉਂਦੇ? ਜਵਾਬ ਕੀ ਹੁੰਦਾ? ਭਾਈ ਸਾਹਿਬ ਟਾਈਮ ਨਹੀਂ ਮਿਲਦਾ। ਕਿਉਂ ਜੀ ਟਾਈਮ ਕਿਉਂ ਨਹੀਂ ਮਿਲਦਾ? ਕੀ ਤੁਹਾਡੇ ਲਈ ਦਿਨ ਨਹੀਂ ਚੜ੍ਹਦਾ? ਕੀ ਤੁਹਾਡੇ ਲਈ ਸੂਰਜ ਨਹੀਂ ਚੜ੍ਹਦਾ? ਨਹੀਂ ਨਹੀਂ ਭਾਈ ਸਾਹਿਬ, ਸਾਡਾ ਮਤਲਬ ਇਹ ਹੈ ਕਿ ਬਾਲ ਬੱਚੇ ਦੇ ਮੋਹ ਵਿੱਚ ਹੀ ਅਸੀਂ ਸਾਰਾ ਸਮਾਂ ਲਗਾ ਦਿੱਤਾ। ਹੁਣ ਉਹ ਚਿੱਕੜ ਬਣ ਗਿਆ। ਚਿੱਕੜ ਦੀ ਮਿਸਾਲ ਕਿਉਂ ਦਿੱਤੀ ਹੈ? ਦੇਖੋ, ਜਦੋਂ ਰਸਤਾ ਸੁੱਕਾ ਹੋਵੇ, ਸਾਫ਼ ਹੋਵੇ, ਤੇ ਅਸੀਂ ਰਵਾ ਰਮੀ ਤੁਰੇ ਜਾਂਦੇ, ਪਰ ਜਦੋਂ ਚਿੱਕੜ ਹੋਇਆ ਹੋਵੇ ਫਿਰ ਸਾਡੀ ਸਪੀਡ ਘੱਟ ਜਾਂਦੀ। ਫਿਰ ਅਸੀਂ ਚਾਹੁੰਦਿਆਂ ਹੋਇਆਂ ਵੀ ਉਹਨੇ ਤੇਜ਼ ਨਹੀਂ ਤੁਰ ਸਕਦੇ। ਸੱਚਮੁੱਚ ਇਸੇ ਤਰ੍ਹਾਂ ਕੈਸਾ ਅਲੰਕਾਰ ਬਣਿਆ। ਤਿਤ ਸਰਵਰ ਰਹਿ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਪੰਕ ਜੋ ਮੋਹ ਪਗ ਨਹੀਂ ਚੱਲੈ। ਹਮ ਦੇਖਾ ਤਾਂ ਡੂਬੀ ਅਲੇ। ਇਹਨੂੰ ਦੇਖਾ ਨਹੀਂ ਕਹਿਣਾ, ਦੇਖਾ। ਹਮ ਦੇਖਾ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਅਸੀਂ ਤੱਕਿਆ ਹੈ। ਤਾਂ ਡੂਬੀ ਅਲੇ, ਇਹਨੂੰ ਵੀ ਆਮ ਪ੍ਰੇਮੀ ਤੈਂ ਬੋਲਦੇ ਨੇ। ਤੈਂ ਉੱਥੇ ਪਾਠ ਕਰਨਾ ਜਿੱਥੇ ਤੱਤਾ ਹਾਏ ਨੂੰ ਸਿਆਰੀ ਹੋਵੇ। ਇਹ ਤੱਤਾ ਹਾਹਾ ਦੋਵੇਂ ਮੁਕਤੇ ਹਨ। ਇਹ ਤੈਂ ਨਹੀਂ ਬਣਦਾ। ਤਾਂ ਅਸੀਂ ਆਪਣੇ ਨੇਤਰਾਂ ਨਾਲ ਦੇਖਿਆ ਕਿ ਇਹ ਸੰਸਾਰ ਸਰੋਵਰ ਦੇ ਅੰਦਰ ਮੋਹ ਰੂਪੀ ਚਿੱਕੜ ਵਿੱਚ ਫਸ ਕੇ ਕਈ ਲੋਕ ਡੁੱਬ ਗਏ ਹਨ। ਤਿਤ ਸਰਵਰ ਰਹਿ ਭਈ ਲੈ ਨਿਵਾਸਾ ਪਾਣੀ ਪਾਵਕ ਤਿਨੇ ਕੀਆ। ਪੰਕ ਜੋ ਮੋਹ ਪਗ ਨਹੀਂ ਚੱਲੈ। ਹਮ ਦੇਖਾ ਤਾਂ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ। ਹਰ ਵਿਸਰਤ ਤੇਰੇ ਗੁਣ ਕਰਿਆ। ਤੋਂ ਬਾਰ ਬਾਰ ਮਨ ਨੂੰ ਪ੍ਰੇਰਨਾ ਕਰਨੀ। ਮੈਂ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਦਾ, ਕੁਰਬਾਨ ਜਾਈਏ, ਪਾਤਸ਼ਾਹ ਨੇ ਸਾਰੀ ਬਾਣੀ ਮਨ ਪਰਥਾਏ ਗਈ। ਮਨ ਨੂੰ ਹੀ ਸੰਬੋਧਨ ਕੀਤਾ, ਕਿਉਂਕਿ ਸਾਡੇ ਸਰੀਰ ਦੇ ਅੰਦਰ ਇਹ ਮਨ ਜਿਹੜਾ ਹੈ ਇਹ ਪ੍ਰਧਾਨ ਹੈ, ਮੁਖੀ ਹੈ। ਕਬੀਰ ਜੀ ਵੀ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ। ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ। ਮਨ ਸਾ ਮਿਲਿਆ ਨ ਕੋਏ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ।
ए मन ले जो उन मन रह, तो तीन लोक की बातें कह। तो पातशाह कहते ने मन नूं समझाओ, मन नूं ये गल समझा लई ते कारज बन जाएगा। जिस दिन साडे मन ने ये गल समझ लई कि बहुत बड़ा घाटे बंदा सौदा हो रहा, हर विसरत तेरे गुण गलिया। देखो जो मनुखा जन्म की महत्ता है वो सानू बार बार बाणी में समझाई गई। ए शरीरा मेरेया हर तुम में जो धरी, ता तू जग में आया। हे मेरे शरीरा, वागुरु ने अपनी जोत रखी ता तू जगत विच आया। ए शरीरा मेरेया हर तुम में जोत रखी, ता तू जग में आया। फिर जगत विच आके तू कीता की? मनुख बड़ा हुशियार है, बड़े कम गणा दिंदा, मैं यह कीता मैं वो कीता। पर गुरुदेव कहते ने वो शरीरा जिन हर तेरा रचन रचिया, सो हर मन ना वसाया। जिस परमात्मा ने तेरा ये शरीर बनाया है ਉਹਨੂੰ ਤੇ तू याद नहीं किया। कोठियां बना लियां, कारां लै लियां, होर अनेकां सुख दे साधन तू तैयार कर ले, पर जिहड़ा काम करन वाला सी वो नहीं किया। फिर पातशाह कहते आओ अरदास करिए, ना हो जति सती नहीं पढ़िया। कई लोग इन्हां चीज़ां विच ही अपना समा गवाई जांदे। फलाना जति है जी, फलाना सती है जी, फलाना बहुत पढ़िया लिखिया विद्वान है जी। वो भाई इन्हां चीज़ां ने कुछ नहीं सवारना, ना जति बन के, ना बहुते आचरण करैक्टर वाले या दानी बन के, ते ना बहुतियां डिग्रियां प्राप्त करके। इन्हां ने कुछ नहीं सवारना। परमात्मा अगे अरदास करिए, हे वाहिगुरु ना हो जति सती नहीं पढ़िया, मूर्ख मुगदा जन्म भया। मेरा सारा जन्म मूर्खा वांगू, बड़े मूर्खा वांगू बीत गया, बेसमझा वांगू बीत गया, कोई अकल की गल नहीं की। फिर पातशाह कहते एको गल करो, प्रणवत नानक तिन की शरणा। नानक जी कहते मैं बेनती करना, हे वाहिगुरु मैनू उन्हां दी शरण बख्शो, मैनू उन्हां दी संगत बख्शो। किन्हां दी संगत? जिन तू ना ही विसरिया, जिन्हां दे मन तो तू नहीं भुलिया। क्योंकि जे उन्हां दी चंगी संगत मैनू मिलेगी, उन्हां दी संगत विच मैनू चंगी प्रेरणा मिलेगी। इसे लिए बाणी विच बार बार ये कहा, रोज अरदास करो, अंतरजामी पुरख विधाते, शरदा मन की पूरे। नानक दास यह सुख मंगे, मोह को कर संतन की धूरे। ना हो जति सती नहीं पढ़िया, कदे भी अपने जति सती या विधवता का मान ना करो, बल्कि ये एहसास करिए कि जिहड़ा काम करन वाला सी वो नहीं कर रहे। मूर्ख मुगदा जन्म भया, प्रणवत नानक तिन की शरणा। जिन तू ना ही विसरिया। बड़ा संखेप जिहा शब्द है, रोज रह रास विच पढ़ते हाँ ते विचार के पढ़िए ते अपने जीवन नूं सवारन वाले पासे तुरीए ते रोज अपने मन नूं समझाइए। मन एक न चेत समूढ़ मना, हर विसरत तेरे गुण गलिया। वाहिगुरु जी का खालसा, वाहिगुरु जी की फतेह।